हाँ जी, सत श्री अकाल सारिਆਂ ਨੂੰ ਤੇ ਵੈਲਕਮ ਬੈਕ ਟੂ ਇਕਨੋਮਿਕ ਸਰਵੇ ਸੀਰੀਜ਼ ਪੰਜਾਬ ਦਾ ਇਕਨੋਮਿਕ ਸਰਵੇ। ਅੱਜ ਆਪਾਂ ਚੈਪਟਰ 2 ਨਾਲ ਡੀਲ ਕਰਨਾ ਤੇ ਉਹੀ ਸੇਮ ਰੂਲ ਤੇ ਉਹੀ ਸ਼ਡਿਊਲ। ਕੀ ਰੂਲ ਕਿ ਬਈ ਤੁਸੀਂ ਪਹਿਲਾਂ ਫੋਕਸ ਕਰਨਾ ਤੇ ਉਹਦੇ ਬਾਅਦ ਸੁਣਨ ਦੇ ਬਾਅਦ ਆਖਿਰ 'ਚ 5 ਸਵਾਲਾਂ ਦਾ ਜਵਾਬ ਦੇਣਾ। ਅਗੇਨ ਦ ਰੂਲ ਇਜ਼ ਆਈ ਐਮ ਸਿਟਿੰਗ ਵਿਦ ਯੂ, ਆਈ ਵਿਲ ਆਨਸਰ ਵਿਦ ਯੂ. So please keep on focusing on this and keep on answering the questions. It motivates me. So let's quickly go into that second chapter. So second chapter जी गल करिए जी agriculture and allied activities ते गल कर रहे हैं. We had talked about this in brief. Now we'll go into the details of this chapter. So what does it say? ਪਹਿਲਾਂ ਤਾਂ ਯਾਰ ਵਧੀਆ ਪਿਕਚਰ ਪ੍ਰੈਜ਼ੈਂਟ ਕਰਦਾ ਐਗਰੀਕਲਚਰ ਦੀ ਕਿ ਪੰਜਾਬ ਦਾ ਏਰੀਆ ਅਬਾਊਟ 1.53% 1.5% ਏਰੀਆ ਦੇ ਨਾਲ ਝੋਨਾ ਤੇ ਕਣਕ 25% ਤੇ 35% ਰਿਸਪੈਕਟਿਵਲੀ ਕੰਟਰੀਬਿਊਟ ਕਰਦਾ ਹੈ ਕਿੱਥੇ ਸੈਂਟਰਲ ਪੂਲ 'ਚ। ਮਤਲਬ 1.5% ਇਲਾਕੇ ਨਾਲ ਟੋਟਲ ਏਰੀਆ ਨਾਲ 25 ਤੇ 35%। ਲੁੱਕ ਐਟ ਦ ਡਿਫਰੈਂਸ। ਵੀ ਆਰ ਟਾਕਡ ਅਬਾਊਟ ਦਿਸ ਯੈਸਟਰਡੇ ਵੀ ਕਿਉਂ ਇੱਦਾਂ ਵਧੀਆ ਪ੍ਰੋਡਕਟਿਵਿਟੀ ਹੈਗੀ ਪੰਜਾਬ ਦੀ। ਹਾਈਐਸਟ ਯੀਲਡ ਕਿਉਂ ਹੈ ਜੀ? ਐਗਰੀਕਲਚਰਲ ਯੀਲਡ ਇਨ ਪੰਜਾਬ ਵਾਜ਼ ਹਾਈਐਸਟ. Why? Because I said, because it is highly mechanized. Agriculture is highly mechanized and 99% of the gross cropped area is irrigated. What is gross cropped area? If anybody can tell me in the comment section, or I'll explain in 1 or 2 slides, but what is it? If you can explain, it's better, right? So 99% of the area is irrigated. That is a great percentage, and the agriculture is mechanized. So Punjab has great productivity or highest across India for rice and wheat. Highest yield. सब तो ज़्यादा पैदावार पर let's say area per let's say meter square or per hectare is highest in Punjab, and this is what NABARD says. So going further जी वधिया चीज़ एक होर है जी फ्री पावर अवेलेबल है। फ्री पावर अवेलेबल है पंजाब च फार्मर्स ਨੂੰ ਤੇ ਹਾਈ ਫਾਰਮ ਮੈਕਨਾਈਜੇਸ਼ਨ ਹੈ। ਐਕਸਲਰੇਟਿਡ ਅਵੇਲੇਬਿਲਿਟੀ ਆਫ ਫਰਟੀਲਾਈਜ਼ਰਸ ਪੈਸਟੀਸਾਈਡਸ ਹੈਗੀ ਹੈ ਸਿੰਸ ਦ ਟਾਈਮ ਆਫ ਗ੍ਰੀਨ ਰੈਵੋਲੂਸ਼ਨ। ਐਜ਼ ਵੀ ਆਲ ਨੋ ਪੰਜਾਬ ਵਾਜ਼ ਵਨ ਆਫ ਦੀ ਲੀਡਿੰਗ ਸਟੇਟਸ ਟੂ ਬੈਨੀਫਿਟ ਫਰੋਮ ਦੀ ਗ੍ਰੀਨ ਰੈਵੋਲੂਸ਼ਨ, ਰਾਈਟ? ਹਰਿਤ ਕ੍ਰਾਂਤੀ ਜਿਹਨੂੰ ਬੋਲਦੇ ਹਾਂ ਆਪਾਂ। ਸੋ ਉਹਨੇ 'ਚੋਂ ਬੈਨੀਫਿਟ ਕਰਕੇ ਹੁਣ ਪੰਜਾਬ ਦਾ ਸਭ ਕੁਝ ਵਧੀਆ ਐਡੁਕੇਟ ਮਾਰਕੀਟਿੰਗ ਇਨਫਰਾਸਟਰਕਚਰ ਹੈ। ਇਹ ਸਾਰੀ ਸਲਾਈਡ ਪੰਜਾਬ ਦੇ ਐਗਰੀਕਲਚਰ ਦੀ ਵਧੀਆ ਚੀਜ਼ ਪ੍ਰੈਜ਼ੈਂਟ ਕਰ ਰਹੀ ਹੈ। ਤੇ ਸਭ ਕੁਝ everything cannot be silver and golden. Something has to be worrisome. So what is the worry now? Next slide. The sector has shown decline in 2019-20, decline in growth. क्यों हो रहा है जी ये? Because crop husbandry ਜਿਹੜਾ ਆਪਣਾ ਮੈਕਸਿਮਮ ਕੰਟਰੀਬਿਊਟਰ ਹੈਗਾ crop husbandry ਉਹਨੇ ਸ਼ੋ ਕੀਤਾ ਹੈ ਜੀ ਡਿਕਲਾਈਨ, ਕੰਟਰੈਕਸ਼ਨ in crop husbandry. ਤੇ ਇਹਦਾ ਹੱਲ ਕੀ ਕਰਨਾ, ਹੀਲਾ ਕੀ ਕਰੀਏ ਇਹਦਾ? what is the solution for this? crop diversification is the first solution. ਮੇਨਸ ਦੇ ਲਈ ਪਲੀਜ਼ ਯਾਰ again you just have to sit back and relax. PDF ਬਹੁਤ ਸਾਰੇ ਲੋਕ ਮੰਗ ਰਹੇ ਨੇ. my answer to them is be patient. PDF will be available very soon. ਅੰਡਰ ਕੰਸਟਰਕਸ਼ਨ ਹੈਗੀ, ਤੁਹਾਨੂੰ ਬਣ ਕੇ ਪੂਰੀ ਰੀਜ ਨਾਲ ਇੰਗਲਿਸ਼ ਤੇ ਪੰਜਾਬੀ ਬੋਥ 'ਚ ਮਿਲ ਜਾਣੀ ਹੈ। ਡੋਂਟ ਵਰੀ, ਤਦ ਤੱਕ ਜਸਟ ਜਿਹੜੇ ਪੁਆਇੰਟ ਨੋਟ ਕਰਨੇ ਹੈ ਤਾਂ ਯਾਰ ਪਲੀਜ਼ ਨਾਲ ਦੇ ਨਾਲ ਨੋਟ ਕਰੇ ਜੋ। ਲਿਖੀ ਹੋਈ ਚੀਜ਼ ਜ਼ਿਆਦਾ ਵਧੀਆ ਯਾਦ ਰਹਿੰਦੀ ਹੈ, ਰਾਈਟ? ਸੋ ਤੇ ਨਾਲ ਇੱਕ ਹੋਰ ਚੀਜ਼ ਯਾਰ, ਜੇ ਤੁਹਾਨੂੰ ਬਹੁਤ ਹੀ ਜ਼ਿਆਦਾ ਛੇਤੀ ਚਾਹੀਦੀ ਹੈ ਤਾਂ ਰੋਕ ਕੇ ਸਲਾਈਡ ਨੋਟ ਕਰ ਲਓ। PDF would be available but very soon. Give me some time, be patient please. ਸੋ ਮੈਂ ਕੀ ਗੱਲ ਕਰ ਰਿਹਾ ਸੀਗਾ, ਬਿਕੋਜ਼ ਕੰਟਰੈਕਸ਼ਨ ਹੋ ਰਹੀ ਹੈ ਕ੍ਰੌਪ ਹਸਬੈਂਡਰੀ 'ਚ, ਐਗਰੀਕਲਚਰ ਦੀ ਰੇਟ ਆਫ ਗਰੋਥ ਡਿਕਲਾਈਨ ਹੋ ਰਹੀ ਹੈ। ਤਾਂ ਇਹਦਾ ਹੀਲਾ ਕੀ ਹੈ ਜੀ? ਮੇਨਸ ਦੇ ਲਈ ਨੋਟ ਕਰ ਲਓ, ਕ੍ਰੌਪ ਡਾਇਵਰਸੀਫਿਕੇਸ਼ਨ। ਵਾਈ? ਬਿਕੋਜ਼ ਇੱਕ ਤਾਂ ਗੱਲ ਇਹ ਹੈ ਕਿ ਕ੍ਰੌਪ ਹਸਬੈਂਡਰੀ 'ਚ ਸਲੋ ਡਾਊਨ ਹੋ ਰਿਹਾ। ਦੂਜੀ ਗੱਲ ਕੀ ਹੈ ਜੀ? ਪੈਡੀ ਕਲਟੀਵੇਸ਼ਨ ਜਿਹੜੀ ਰਾਈਸ ਕ੍ਰੌਪ ਹਸਬੈਂਡਰੀ ਦਾ ਪਾਰਟ ਹੈ ਉਹ ਵਾਟਰ ਇੰਟੈਂਸਿਵ ਹੈ ਤੇ ਪੰਜਾਬ ਦਾ ਗਰਾਊਂਡ ਵਾਟਰ ਓਵਰ ਐਕਸਪਲੋਇਟ ਹੋਰ ਹੋ ਚੁੱਕਿਆ। ਅੱਗੇ ਜਾ ਕੇ ਇਹਦੇ ਫੈਕਟਸ ਵੀ ਦੇਖਾਂਗੇ, ਸਟੈਟਸ ਵੀ ਦੇਖਾਂਗੇ। ਸੋ ਉਹਦੇ ਕਰਕੇ ਵੀ ਸਾਨੂੰ ਲੈਸ ਵਾਟਰ ਇੰਟੈਂਸਿਵ ਕ੍ਰੌਪਸ 'ਤੇ ਜਾਣਾ ਪੈਣਾ ਹੈ, ਰਾਈਟ? ਸੋ ਦੈਨ ਫਰਦਰ ਜੀ ਇੱਕ ਹੋਰ ਹੱਲ ਸੀਗਾ ਜੀ, that we can go for move for allied sectors, move to allied sectors. So allied sectors ki I told you last time, majorly livestock, right?
सो गोइंग फर्दर, परफॉर्मेंस की रही है जी। एज आई सेड, हले तक लार्जेस्ट कंट्रीब्यूटर कौन है? क्रॉप हस्बेंड्री, राइट। सो क्रॉप हस्बेंड्री is the largest subsector amongst the agriculture and the largest contributor to the GSVA. That is, what was that I told you yesterday? Please comment again. Tell me what is GSVA and what is GDP and GSDP. Three terms please explain for me. I told you in the last video. So then going further ji, the crop is what drives the growth in agriculture. But हुन problem की हुई है जी, हुन पानी भी घट गया ਤੇ crop husbandry ਦੀ decline ਹੋਣ ਲੱਗ ਗਿਆ। ਤੇ ਹੁਣ ਆਪਾਂ ਨੂੰ ਕਿੱਥੇ ਫੋਕਸ ਕਰਨਾ? ਹੁਣੇ ਆਪਾਂ ਪੜਿਆ ਡਾਈਵਰਸਿਫਿਕੇਸ਼ਨ ਤੇ। ਤੇ ਅਗਲੀ ਗੱਲ ਕਿਹੜੀ ਆਂਦੀ ਹੈ ਜੀ? ਐਗਰੀਕਲਚਰਲ ਬੇਸਡ ਇੰਡਸਟਰੀਜ਼। ਸੋ ਆਪਾਂ ਕੱਲ ਗੱਲ ਕੀਤੀ ਸੀ ਵੀ ਐਗਰੀਕਲਚਰ ਜਦ ਪੈਦਾਵਾਰ ਕਿਸਾਨ ਦੇ ਹੁੰਦੀ ਹੈ ਤਾਂ ਉਹਦੇ ਕਰਕੇ ਇੰਡਸਟਰੀਜ਼ ਨੂੰ ਬਹੁਤ ਫਾਇਦਾ ਮਿਲਦਾ, ਸਰਵਿਸ ਸੈਕਟਰ ਨੂੰ ਬਹੁਤ ਫਾਇਦਾ ਮਿਲਦਾ। ਉਹ ਨੰਬਰਸ ਦੀ ਆਪਾਂ ਕੱਲ ਗੱਲ ਕੀਤੀ ਸੀ। ਜੇ ਨਹੀਂ ਦੇਖਿਆ ਤਾਂ ਪਲੀਜ਼ ਵਿਊ ਇਟ ਇਨ ਕ੍ਰੋਨੋਲੋਜੀ। This is chapter 2, before this was chapter 1 and before that was introduction to the economic survey. So please watch all those videos, especially the micro analysis. ਜੇ ਤੁਸੀਂ ਨਹੀਂ ਦੇਖਿਆ micro analysis, ਉਹ please ਜਾ ਕੇ ਹੁਣੇ ਦੇਖਿਓ ਇਹਨੂੰ stop ਕਰਕੇ, because ਉਹ ਜ਼ਿਆਦਾ ਜ਼ਰੂਰੀ ਹੈ overall paper ਦੇ ਲਈ ਵੀ, economy ਦੇ component ਦੇ ਲਈ ਵੀ ਤੇ survey ਦੇ ਲਈ ਵੀ। Please watch all the videos in chronology, right? So high agricultural productivity ਦੇ ਨਾਲ ਕੀ ਹੋ ਰਿਹਾ ਜੀ industry ਲਈ? Establishment of agro processing units बहुत वधिया है and the state accounts for 7.31% of the total registered factories in food processing industry. 8% लैंड नाल 7.31% फूड प्रोसैसिंग इंडस्ट्री है पूरे देश की। एंड एक ही है जी फोर्थ हाईएस्ट। कई बार क्रोनोलॉजी पूछ लेने तो प्लीज़ देख लियो एक बार। PCS एग्जाम समटाइम्स आस्क यू क्रोनोलॉजी परसेंटेजेस। लास्ट टाइम GST दी आई सी, इस बारी फूड प्रोसैसिंग दी ना आ जाए। सो ध्यान दे लियो। सरपास्ड ओनली बाय whom? फर्स्ट इज आंध्र प्रदेश, नैक्सट इज तमिलनाडु एंड तेलंगाना। फोर्थ नंबर है जी अपना पंजाब दा इन फूड प्रोसैसिंग इंडस्ट्री, राइट। गोइंग फर्दर जी, सब सैक्टर्स ऑफ एग्रीकल्चर आप गल कर चुके हैं। क्रॉप हस्बेंड्री सब तो वड्डा लार्जेस्ट शेयर है जी इन्हां दा, लार्जेस्ट शेयर इन व्हाट? GSV, gross state value added, GSVA if you say, right? And overwhelming majority of land किन्नू दिता गया? Again crop cultivation, because largest share है। About 82% is under crop cultivation। And cropping intensity यदि definition देख लियो यार, important हो सकती है। What is cropping intensity? Here it is the ratio of gross cropped area to net sown area, gross cropped area to net sown area, and indicates on average the number of times the cultivated area was sown during the year. So gross cropped area to net sown area and indicates the average number of times the area was cultivated. What does it indicate? Suppose ये मेरे को land है जी, ये let's say 1 hectare है, मैं इनू 2 बारी cultivate कर लिया तो 200% ना होगी। So it can be more than 100%. See, Punjab has this cropping intensity more than 100%. That means what? That indicates that cropping area is being sown more than once during a year, right? Cropping area has been sown more than once. Obviously we do it, but what is it called? Cropping intensity. Please इन्हू ध्यान रखियो, सवाल बन सकता, right? It is evident that multiple cycles of sowing on the same land is highly prevalent in Punjab. ਤੁਹਾਨੂੰ ਪਤਾ है ये बहुत ज़्यादा प्रीवेलेंट प्रैक्टिस है कि करना ही करना ਆਪਾਂ एक सीजन च 2-2 3-3 क्रॉप्स लाई जाने सोइंग सीजन च। ਤੇ ਉਸੇ ਕਰਕੇ ਤਾਂ ਸਟਬਲ ਬਰਨਿੰਗ ਦੀ ਪ੍ਰੋਬਲਮ ਆ, ਬਿਕੋਜ਼ ਆਪਾਂ ਫਟਾਫਟ ਚਾਹੁੰਦੇ ਹਾਂ ਕਿ ਸਾਡਾ ਫੀਲਡ ਕਲੀਅਰ ਹੋ ਜੇ ਤੇ ਦੂਜੀ ਆਪਾਂ ਜੀਰੀ ਲਾਈਏ ਜਾਂ ਕਣਕ ਲਾਈਏ ਜਾਂ ਵੈਜੀਟੇਬਲਸ ਲਾਉਣ ਲੱਗ ਗਏ ਹੁਣ। ਤੇ ਉਹ ਗੱਲਾਂ ਕਿੱਧਰ ਕਵਰ ਹੋ ਰਹੀਆਂ? ਪਲੀਜ਼ ਧਿਆਨ ਰੱਖਿਓ ਇਹ ਟਰਮ ਦਾ ਯਾਰ। ਟਰਮ ਇੱਕ ਤਾਂ ਪ੍ਰੀਲਿਮਸ 'ਚ ਕੰਮ ਆ ਸਕਦੀ ਹੈ, ਮੇਨਸ 'ਚ ਵੀ ਤੁਸੀਂ ਸਿੱਟ ਕੇ ਆ ਸਕਦੇ ਹੋ, ਉਹਦੇ ਵੀ ਨੰਬਰ ਵਧੀਆ ਮਿਲ ਜਾਂਦੇ, ਰਾਈਟ। ਗੋਇੰਗ ਫਰਦਰ, द क्रॉपिंग पैटर्न, अगैन वही गल है जी, फूड ग्रेन की डोमीनेशन है। फूड ग्रेन स्पैशली
ਜੀਰੀ ਤੇ ਕਣਕ, ਰਾਈਸ ਐਂਡ ਵੀਟ, ਉਹ ਤਾਂ ਹੋਣਾ ਹੀ ਹੋਣਾ ਹੈ ਜੀ, ਬਿਕੋਜ਼ ਮੈਕਸਿਮਮ ਕੰਟਰੀਬਿਊਸ਼ਨ, ਮੈਕਸਿਮਮ ਏਰੀਆ ਐਂਡ ਓਵਰਵੈਲਮਿੰਗ ਕਲਟੀਵੇਟਿਡ ਏਰੀਆ ਐਜ਼ ਵੈਲ। ਬਟ ਹੁਣ ਇਹਨੇ 'ਚ ਪ੍ਰੋਬਲਮ ਕੀ ਆਈ ਹੈ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਬਈ ਡਿਕਲਾਈਨ ਹੋ ਰਹੀ ਹੈ ਗਰੋਥ, ਅਤੇ ਉਹਦੇ ਨਾਲ ਕ੍ਰੌਪ ਡਾਇਵਰਸੀਫਿਕੇਸ਼ਨ ਕਰਨੀ ਪੈਣੀ ਹੈ, ਅਤੇ ਬਾਕੀ ਚੀਜ਼ਾਂ ਨੂੰ ਕਿੰਨਾ ਏਰੀਆ ਮਿਲਿਆ ਹੋਇਆ ਉਹ ਦੇਖਦੇ ਹਾਂ। ਕਈ ਵਾਰੀ ਨਾ UPSC ਇਹ ਸਵਾਲ ਪੁੱਛ ਰਿਹਾ ਵੀ ਕਿਹਨੂੰ ਕਿੰਨਾ ਏਰੀਆ ਮਿਲਿਆ, ਤਾਂ ਪ੍ਰੋਬੇਬਲੀ PCS ਮਾਈਟ ਫੋਲੋ ਸੂਟ। ਸੋ ਬਿਫੋਰ ਟੂ ਮਚ ਫਰਦਰ ਅਡੂ we should know that cotton is cultivated on 5.1%। ਤੁਸੀਂ ਨਾ ਇਹ ਧਿਆਨ ਦੇ ਲਿਓ ਕਿ ਸਭ ਤੋਂ ਜ਼ਿਆਦਾ ਕਿਹਦਾ ਕਲਟੀਵੇਸ਼ਨ ਹੈ, ਵੀਟ ਦਾ, ਪੈਡੀ ਦਾ ਨਹੀਂ ਹੈ। ਸੈਕਿੰਡ ਨੰਬਰ ਤੇ ਪੈਡੀ ਦਾ, ਵੀਟ ਦਾ ਸਭ ਤੋਂ ਜ਼ਿਆਦਾ। ਵੀਟ ਇਜ਼ ਦਾ ਮੇਜਰ ਕਲਟੀਵੇਸ਼ਨ ਏਰੀਆ, ਕ੍ਰੌਪਡ ਏਰੀਆ ਵੀਟ, ਪਲੀਜ਼ ਨੋਟ ਦੈਟ। ਐਂਡ ਇੱਕ ਪਲਸਿਸ ਦਾ ਦੇਖ ਲਿਓ ਯਾਰ, ਪਲਸਿਸ ਦਾ ਘੱਟ ਹੈ ਤੇ ਕਾਟਨ ਦਾ ਵੱਧ ਹੈ, ਇਹ ਕਰਨੋਲੋਜੀ ਧਿਆਨ ਰੱਖ ਲਿਓ। ਵੀਟ ਤੇ ਰਾਈਸ ਦਾ ਕਿਹਦਾ ਜ਼ਿਆਦਾ, ਵੀਟ ਦਾ, ਰਾਈਟ। ਸੋ ਗੋਇੰਗ ਫਰਦਰ ਜੀ, ਫੂਡ ਗ੍ਰੇਨਸ ਐਂਡ ਆਇਲ ਸੀਡਸ, ਵੀਟ ਐਂਡ ਪੈਡੀ ਕ੍ਰੌਪਸ ਤਾਂ ਡੋਮੀਨੇਟ ਕਰ ਰਹੇ ਨੇ। ਕਿਉਂ ਕਰ ਰਹੇ ਨੇ, ਇਹਨਾਂ ਦਾ ਰੀਜ਼ਨ ਦਿੱਤਾ ਕਿ MSP ਤੇ ਆਸਾਨੀ ਨਾਲ ਵਿਕ ਜਾਂਦੇ ਨੇ। ਸਾਨੂੰ ਪਤਾ ਹੈ ਕਿ ਬਈ ਹਾਂ ਆਪਾਂ ਮੰਡੀ ਲਿਜਾ ਕੇ ਵੇਚ ਦਾਂਗੇ, ਆਸਾਨੀ ਨਾਲ ਵਿਕ ਜਾਵਾਂਗੇ, ਤਾਂ ਕਿਉਂ ਪੰਗਾ ਲਿਆ, ਕਿਉਂ ਕੁਛ ਹੋਰ ਬਣਾਇਆ ਜਾਂ ਕਿਉਂ ਕੁਛ ਹੋਰ ਚਲਾਇਆ, ਤੇ ਆਹੀ ਠੀਕ ਹੈ, ਰਾਈਟ। ਸੋ ਉਹਦੇ ਨਾਲ ਕੀ ਹੋ ਰਿਹਾ ਜੀ, that wheat and rice cropping system is increasingly becoming economically, ਇਹ ਟਰਮ ਦੇਖੋ ਕਿੰਨੀ ਬਿਊਟੀਫੁਲ ਹੈ, ਇਕੋਲੋਜੀਕਲੀ, both economically and ecologically unviable। why is rice production becoming ecologically unviable? Can you guess that? If you can, please comment. I'll let you know in the comment. I'm sitting with you each and every video, so don't worry. If you don't understand, I'll make you understand, right? So economically and ecologically unviable ho raha hai because of deterioration of soil health and squeezing water table. And one more ecological reason is there, you have to comment, right? So the agricultural yields of cereals, pulses and oil seeds are higher in comparison to all India. Punjab has the highest food grain yield in the country. But lately, as I said, wheat and rice yields are stagnating. One great reason is what? The receding of the water table, let's say the decreasing of water availability, and rice is a water intensive crop, right? So going further ji, oil seeds and pulses could offer one avenue for diversification। ਜੇ ਕ੍ਰੌਪਸ ਲਾਣੇ ਤੁਸੀਂ ਆਇਲ ਸੀਡ ਐਂਡ ਪਲਸਿਸ ਲਾ ਸਕਦੇ ਹੋ, ਇਹ ਤੁਹਾਡੀ ਜ਼ਿੰਦਗੀ ਲਈ ਵੀ ਤੇ ਮੇਨਸ ਦੇ ਲਈ ਵੀ ਇੰਪੋਰਟੈਂਟ ਹੋ ਸਕਦਾ, ਰਾਈਟ। ਐਂਡ ਪੋਟੈਂਸ਼ੀਅਲ ਆਫ ਆਇਲ ਸੀਡਸ ਕੀ ਹੈ, ਜੇ ਲਾ ਸਕਦੇ ਹੋ ਤਾਂ ਇਹਨਾਂ ਦਾ ਪੋਟੈਂਸ਼ੀਅਲ ਕੀ ਹੈ, ਸਰਵੇ ਅੱਗੇ ਇਹ ਦੱਸਦਾ। ਸੋ ਵਟ ਇਜ਼ ਦਾ ਪੋਟੈਂਸ਼ੀਅਲ ਪਰਸੈਂਟੇਜ, ਐਕਚੁਅਲੀ ਤਾਂ ਡਿਕਲਾਈਨ ਹੋ ਰਹੀ ਹੈ ਪਲਸਿਸ ਐਂਡ ਆਇਲ ਸੀਡਸ ਦੀ। ਕਿਉਂ ਹੋ ਰਹੀ ਹੈ, MSP ਦਾ ਕਾਰਨ, ਹਾਈ ਰਿਟਰਨਸ ਦਾ ਕਾਰਨ ਵੀਟ ਐਂਡ ਰਾਈਸ 'ਚ। ਹੁਣ ਸਟੈਗਨੇਟ ਹੋ ਰਹੀ ਹੈ ਤਾਂ ਕੀ ਕਰੀਏ, ਪਲਸਿਸ ਐਂਡ ਆਇਲ ਸੀਡਸ ਵੱਲ ਹੋ ਜਾਈਏ। ਤੇ ਉਹੀ ਦੱਸ ਰਿਹਾ ਵੀ ਕਿਉਂ ਹੋਣਾ ਹੈ, ਬਿਕੋਜ਼ the share of pulses has declined, but due to shrinking area the production of oil seeds has also declined। but ਜੇ ਆਪਾਂ ਦੇਖੀਏ that Punjab's production of oil seed or yield of oil seed and pulses is considerably high। so ਆਪਾਂ ਦੇਖੀਏ ਜੇ ਇੰਡੀਅਨ ਲੈਵਲ ਤੇ ਇੰਪੋਰਟ ਆਫ, ਇਹ ਵੀ ਯਾਰ ਇਹ ਕੁਐਸਚਨ ਨਾ UPSC ਨੇ ਪੁੱਛਿਆ ਸੀਗਾ, ਇੰਪੋਰਟ ਦੀ ਕਿੰਨੀ ਵੈਲਿਊ ਹੈ, ਤੇ ਇੱਧਰ ਪਲੀਜ਼ ਧਿਆਨ ਦੇ ਲਿਓ। that pulses the import ਦੀ value ਕਿੰਨੀ ਹੈ ਜੀ, 28,523 ਕਰੋੜ, 28,523, not the exact number you need to know, you just need to know that the oil seeds import is 393, pulses import is 28,000। so we should know that pulses import value is greater। so ਇਹ ਕੀ ਕਹਿ ਰਹੇ ਨੇ ਕਿ India as a nation is importing pulses and oil seeds, so import bill ਵੱਧਦਾ ਜਾ ਰਿਹਾ। ਪੰਜਾਬ ਜੇ ਕਰੇ, assuming that ਪੰਜਾਬ pulses and oil seeds production grew at the level of the highest growing states, ਤੇ ਪੰਜਾਬ oil seeds grow ਕਰਨ ਲੱਗ ਜੇ ਤਾਂ 818 ਮਿਲੀਅਨ ਫੋਰਨ ਐਕਸਚੇਂਜ ਦੀ ਸੇਵਿੰਗ ਕਰ ਸਕਦਾ ਹੈ। ਸੋ ਜੇ ਪੰਜਾਬ oil seeds grow ਕਰਦਾ, pulses grow ਕਰਦਾ, ਸੋ ਨਾ ਹੀ ਸਿਰਫ ਪੰਜਾਬ ਦਾ ਬੈਨੀਫਿਟ ਹੋਣਾ, ਨਾਲ ਇੰਡੀਆ ਦਾ ਵੀ ਬੈਨੀਫਿਟ ਹੋਣਾ। 818 ਮਿਲੀਅਨ ਡਾਲਰਸ ਦਾ ਫੋਰਨ ਐਕਸਚੇਂਜ ਬਚ ਸਕਦਾ। ਐਂਡ as we saw in the last slide that yield of pulses and oil seed is also considerably higher। so another point in the argument that we should now shift towards pulses and oil seeds।
And one more environmental reason is there. Again, please comment if you know it. If you don't, then I'll tell you. Please ask me the question. Right? Going further, horticulture, sabjiyan te phal. The share of area dedicated to vegetable production has increased, where it has remained more or less the same for fruits. फल ते सब्जियां च सब्जियां दा इलाका वधिया ते fruits दा घट होया. And as we know that it is a very high, let's say, price giving or profit giving sector, horticulture. So ਇਹਨੂੰ ਵੀ ਆਪਾਂ utilize ਕਰ ਸਕਦੇ ਹਾਂ wheat ਤੇ rice ਦੀ stagnation ਨੂੰ counter ਕਰਨ ਲਈ, right? So ਕਿਹੜੇ ਫਲ ਨੇ ਜੀ? ਇੱਥੇ ਕਿੰਨੂ ਹੈ ਪੰਜਾਬ 'ਚ, sweet orange, ਅਮਰੂਦ, guava, pear, lychee, mango and peach. These are the majority of the fruits grown in our state of Punjab, right? So it is well recognized that there is a need to diversify. There is a need to diversify. That is what I said. That is what we are talking about. So these horticulture products can become the alternatives to rice and wheat as well. And the horticulture department of Punjab has identified 100-acre land at Atari for the establishment of postgraduate institute of horticulture research and education in Amritsar. कई बारी ये पूछ लेंदे ने जी horticulture research establishment या postgraduate institute of horticulture research and education कित्थे है, कित्थे बनन वाला? पिछली बार प्लानिंग ऑर्गेनाइजेशन वाला डिपार्टमेंट का आया सीगा, ऐतकी ਇਹਦਾ आ सकदा. सो वी शुड नो ਅੰਮ੍ਰਿਤਸਰ 'ਚ ਹੈਗਾ ਤੇ कौन एस्टैबलिश कर रहा जी? इंडियन काउंसिल फॉर एग्रीकल्चर रिसर्च. क्वेश्चन च गलत ऑप्शन दे के पंजाब काउंसिल कह सकते हैं. इंडियन काउंसिल फॉर एग्रीकल्चर रिसर्च इन कोलैबोरेशन विद पंजाब गवर्नमेंट. एंड 5 सिट्रस स्टेट्स हैव बीन एस्टैबलिश. क्यों कर रहे हैं जी ये? बिकॉज उन्होंने भी पता है कि बई हुण सानू क्रॉप डाइवर्सीफिकेशन करनी पैनी है, इन्हों मोटिवेट करना पैना. सो हॉर्टिकल्चर नू मोटिवेट करने लई एक तो ये बनाता जी हॉर्टिकल्चर डिपार्टमेंट के लिए आइडेंटिफाइड 100 एकर्स लैंड, तो एक सिट्रस स्टेट्स बनाइया ने कित्थे कित्थे. ये हुशियारपुर है, एक मुक्तसर साहिब च हैगी, एक अबोहर च हैगी, तो एक फाजिलका च हैगी. वी शुड नो दिस, नॉट ऑल ऑफ देम बट वी शुड नो कि भाई कित्थे नहीं है, मोहाली च नहीं है, राइट. एंड द टॉप 3 फ्रूट्स विद हाईएस्ट प्रोडक्शन, सब तो ज़्यादा किहड़ा जी? आपां पहलां भी गल कीती कीनू ते अमरूद, गावा एंड मैंगोज. दीज आर दी हाईएस्ट प्रोडक्शन क्वांटिटी वाइज, सब तो ज़्यादा ये बने ने. बट द हाईएस्ट यील्ड वाज सीन इन बनानास. हाईएस्ट यील्ड किसकी है? व्हाट इज़ डिफरेंस बिटवीन हाईएस्ट प्रोडक्शन एंड हाईएस्ट यील्ड? सिंपलेस्ट क्वेश्चन, चौथी क्लास वाला, बट फिर भी कमेंट कर दो. हाईएस्ट यील्ड बनाना दी हुई है. प्रोडक्शन ऑफ लेमन रिकॉर्डेड द हाईएस्ट ग्रोथ. हाईएस्ट यील्ड, हाईएस्ट प्रोडक्शन, हाईएस्ट ग्रोथ. हाईएस्ट प्रोडक्शन की दी है जी? किन्नू दी. हाईएस्ट यील्ड की दी है जी? बनाना दी. तो हाईएस्ट ग्रोथ की दी हुई है जी? लेमन दी, राइट. आई होप वी आर नाउ क्लियर विद दीज टर्म्स. इफ यू डोंट नो then doubt, if you know then answer, right. So going further जी livestock दी जे गल करिए आपां. So livestock rearing is a promising subsector. Promising subsector, why? It is the second largest contributor to GVA after what I told you in the previous slide, crop husbandry, rice, wheat, paddy, rice and paddy, right. So going further जी लाइवस्टॉक रेयरिंग इज द सेकेंड लार्जेस्ट कॉन्ट्रीब्यूटर. शेयर कितना जी ना दा 36.93. एंड सब तो ज़्यादा कमाई लाइवस्टॉक सैक्टर च कीदी है? जे तुसी जानवर रखा होया, डंगर रखा होया, मिल्क प्रोडक्शन की थोड़ी 91.6%. मोर देन 90% अर्निंग फ्रॉम लाइवस्टॉक सैक्टर इज थ्रू मिल्क प्रोडक्शन. दोधी लोग जेडे कर रहे हैं, वी नो दैट, राइट. एंड Punjab has 1.3% share of total livestock as per livestock census, right. So going further ji, this next slide would tell me the veterinary vaccine institute ਦੀ ਆਪਾਂ ਗੱਲ ਕਰ ਰਹੇ ਸੀਗੇ, ਕਿੱਥੇ ਹੈਗਾ? ਲੁਧਿਆਣਾ. ਤੇ obviously ਯਾਰ controls contagious diseases amongst livestock and poultry. ਇਹ ਕਿਉਂ ਇੰਪੋਰਟੈਂਟ ਹੋ ਜਾਂਦਾ? ਬਿਕੋਜ਼ contagious disease ਜਿਹੜੀ ਅੱਜ ਕੱਲ੍ਹ ਚੱਲ ਰਹੀ ਹੈ ਕਰੋਨਾ, वो कंटेजियस डिजीज़ की एनिमल से जा सकती है, ਉਹਦੇ रिलेटेड कोई सवाल आ सकता है. सो ये भी आ सकता है यार. वैटनरी वैक्सीन इंस्टीट्यूट लुधियाना च हैगा ਜਿਹੜਾ कंटेजियस डिजीज़ अमंगस लाइवस्टॉक एंड पोल्ट्री दी
ਬਾਇਓਲੋਜੀਕਲ ਪ੍ਰੋਡਕਟਸ ਕਰਦਾ ਜਾਂ ਹੀਲਾ ਕਰਦਾ, ਰਾਈਟ। ਸੋ ਵਨ ਪੋਟੈਂਸ਼ੀਅਲ ਕੰਸਰਨ ਇਜ਼ ਦੈਟ ਅਮੰਗ ਦ ਮੇਜਰ ਸਟੇਟਸ estimated average monthly expenditure on farming of animals was highest in Punjab at rupees 3561। 3561 ਰੁਪਏ ਦਾ ਖਰਚਾ ਹੈ ਸਾਡਾ ਜਾਨਵਰਾਂ ਤੇ ਪੰਜਾਬ 'ਚ, ਐਂਡ ਦਿਸ ਇਜ਼ ਵਨ ਆਫ ਦੀ ਹਾਈਐਸਟ ਅਕਰੋਸ ਇੰਡੀਆ। ਸੋ ਯਾਰ ਕਿਉਂ ਹੋਣਾ ਖਰਚਾ, ਵੱਟ ਡੂ ਯੂ ਥਿੰਕ, ਕਿਉਂ ਡੰਗਰਾਂ 'ਤੇ ਇੰਨਾ ਜ਼ਿਆਦਾ ਖਰਚਾ ਆਪਣੇ ਪੰਜਾਬ 'ਚ? ਇਹਦਾ ਕਾਰਨ ਇਹ ਹੈ ਕਿ ਜ਼ਿਆਦਾ ਮੈਕਸਿਮਮ ਖਰਚਾ ਕਿਹਦੇ 'ਤੇ ਹੁੰਦਾ, ਅੱਗੇ ਦੱਸੇਗਾ ਇਹ, ਕਿ ਜ਼ਿਆਦਾਤਰ ਖਰਚਾ ਐਨੀਮਲ ਫੀਡ 'ਤੇ ਹੁੰਦਾ, ਵਿਚ ਇਜ਼ 82.9% ਇਨ ਪੰਜਾਬ, ਆਲ ਇੰਡੀਆ ਇਜ਼ 77%। ਤਾਂ ਕਿ ਐਨੀਮਲ ਫੀਡ ਮਹਿੰਗਾ, ਫੀਡ ਮਹਿੰਗਾ ਨਹੀਂ, ਇੱਕ ਹੋਰ ਕਾਰਨ ਹੈ ਕਿ ਬਈ ਇੱਧਰ ਪੈਸਚਰਸ ਘੱਟ ਨੇ, ਗਰੇਜ਼ਿੰਗ ਲੈਂਡ ਘੱਟ ਹੈ ਪੰਜਾਬ 'ਚ। ਗਰੇਜ਼ਿੰਗ ਲੈਂਡ ਘੱਟ ਹੈ ਬਿਕੋਜ਼ ਕ੍ਰੋਪਿੰਗ ਇੰਟੈਂਸਿਟੀ ਬਹੁਤ ਜ਼ਿਆਦਾ, ਕ੍ਰੋਪਿੰਗ ਲੈਂਡ ਬਹੁਤ ਜ਼ਿਆਦਾ। ਕ੍ਰੋਪਿੰਗ ਲੈਂਡ 'ਚ ਤੁਸੀਂ ਮੱਝਾਂ ਥੋੜ੍ਹੀ ਚਾਰਨੀਆਂ ਦੇਣੀਆਂ, ਅਤੇ ਮੱਝਾਂ ਨੂੰ ਫਿਰ ਲਾਈਵ ਸਟਾਕ ਲਈ ਫੀਡ, ਕੈਟਲ ਫੀਡ ਐਸੈਟਰਾ ਲਿਆ ਕੇ ਦੇਣਾ ਪੈਣਾ। ਇਸ ਕਰਕੇ ਖਰਚਾ ਥੋੜ੍ਹਾ ਜਿਹਾ ਜ਼ਿਆਦਾ, ਮੰਥਲੀ ਐਕਸਪੈਂਡੀਚਰ ਐਜ਼ ਵੀ ਸੈਡ ਇਜ਼ ਵਨ ਆਫ ਦ ਹਾਈਐਸਟ। ਵਾਈ? ਬਿਕੋਜ਼ ਲੈਕ ਆਫ ਔਰ ਲੈਸਰ ਅਮਾਊਂਟ ਆਫ ਪੈਸਚਰਸ ਐਂਡ ਗਰੇਜ਼ਿੰਗ ਲੈਂਡ। ਸੋ ਗੋਇੰਗ ਫਰਦਰ ਜੀ, ਫਿਸ਼ਰੀਜ਼ ਦਾ ਯਾਰ ਪੰਜਾਬ 'ਚ ਘੱਟ ਹੈ ਬਿਕੋਜ਼ ਲੈਂਡਲੌਕ ਸਟੇਟ ਹੈ ਨਾ, ਤਾਂ ਫਿਸ਼ਰੀਜ਼ ਡੂ ਨਾਟ ਫਾਰਮ ਐਨ ਇੰਪੋਰਟੈਂਟ ਸਬ ਸੈਕਟਰ ਆਫ ਦੀ ਲਾਈਵ ਸਟਾਕ ਸੈਕਟਰ because as we know Punjab is landlocked. But however, considering fish production versus available resources, Punjab does well. And एक और चीज़ यार ये देख लो, recirculatory aquaculture system. This might be a question as it is, so please focus. Recirculatory aquaculture system पंजाब ने इंट्रोड्यूस किया 2019 एंड 20 च। ਇਨੋਵੇਟਿਵ ਫਿਸ਼ ਪ੍ਰੋਡਕਸ਼ਨ ਟੈਕਨੋਲੋਜੀ ਹੈ। ਫਿਸ਼ ਨੂੰ ਪ੍ਰੋਡਿਊਸ ਕਰਨਗੇ ਕਿੱਦਾਂ? ਬਿਕੋਜ਼ ਲੈਂਡਲੌਕਡ ਹੈ ਤਾਂ ਇਨਡੋਰ ਟੈਂਕਸ 'ਚ, ਕੰਟਰੋਲਡ ਇਨਵਾਇਰਮੈਂਟ 'ਚ ਐਂਡ ਰੀਯੂਜ਼ਡ ਵਾਟਰ 'ਚ। ਵਾਟਰ ਵੀ ਨਹੀਂ ਘਟਣਾ ਬਿਕੋਜ਼ ਵਾਟਰ ਘੱਟ ਹੈ, ਤਾਂ ਜਿਹੜਾ ਰੀਯੂਜ਼ੇਬਲ ਵਾਟਰ ਹੈ, ਜਿਹੜਾ ਰੀਯੂਜ਼ ਕਰ ਸਕਦੇ ਹਾਂ, ਰੀਸਾਈਕਲਡ ਕਹਿ ਸਕਦੇ ਉਹਨੂੰ, ਰੀਯੂਜ਼ੇਬਲ, ਉਹਦੇ ਵਿੱਚ ਫਿਸ਼ ਕਰ ਲੈਣੀ ਹੈ ਪ੍ਰੋਡਿਊਸ ਆਪਾਂ। ਅਤੇ ਰੀਸਰਕੂਲੇਟਰੀ ਐਕਵਾਕਲਚਰ ਸਿਸਟਮ, RAS ਇਹਦਾ ਨਾਂ ਹੈ, ਪਲੀਜ਼ ਧਿਆਨ ਰੱਖਿਓ। Right, this technique will help increase the farmer's profit and will help the 2 units. There are 2 units under progress and this will help the livestock sector in production of fishes in an otherwise landlocked state. ਤੇ farmer ਨੂੰ ਇਹਦਾ profit ਮਿਲਣਾ। ਤੇ ਇੱਕ national level ਤੇ ਯਾਰ ਇੱਕ ਗੱਲ ਦੱਸੋ, do you remember ਕਿ ਇੱਕ ਕਮੇਟੀ ਬੈਠੀ ਸੀ on doubling farmers income? Who was the chairman of that committee? ਜੇ ਤੁਹਾਨੂੰ ਪਤਾ ਹੈ ਤਾਂ ਫਿਰ ਆਨਸਰ ਇਨ ਦ comments, ਨਹੀਂ ਪਤਾ ਤਾਂ ਡਾਊਟ ਇਨ ਦ comments, right? So going further, factors influencing agricultural performance. So what factors do influence? Rainfall. ਪੰਜਾਬ 'ਚ rainfall ਦਾ ਇਫੈਕਟ ਇੰਨਾ ਜ਼ਿਆਦਾ ਨਹੀਂ ਹੈ comparative to other states. Why? Because we said 99% of the land is irrigated, adequate land irrigation facilities are available, but still there's one problem, that the groundwater level is receding, water table is going down. So ਉਹਦੇ ਬਾਅਦ ਸਾਨੂੰ ਹੁਣ rainfall ਦੀ ਬਹੁਤ ਜ਼ਿਆਦਾ ਜ਼ਰੂਰਤ ਹੋਣ ਵਾਲੀ ਹੈ, ਬਿਕੋਜ਼ ਆਪਾਂ ਵਾਟਰ ਇੰਟੈਂਸਿਵ ਕ੍ਰੌਪ ਵੀ ਉਗਾ ਰਹੇ ਨੇ ਅਤੇ ਪਾਣੀ ਮੋਟਰਾਂ 'ਚ ਘਟਦਾ ਜਾ ਰਿਹਾ, ਥੱਲੇ ਜਾਂਦਾ ਜਾ ਰਿਹਾ, ਅਤੇ ਗਰਾਊਂਡ ਵਾਟਰ ਆਪਾਂ ਬਹੁਤ ਜ਼ਿਆਦਾ ਯੂਟੀਲਾਈਜ਼ ਕਰ ਰਹੇ ਨੇ। ਤਾਂ ਆਹ ਦੇਖੋ ਜੀ, rainfall can play a significant role now, right? Why? Further, with an increase in demand for water and reduction in canal capacity, ਉਹੀ ਗੱਲ ਕਿ capacity ਘਟੀ ਜਾ ਰਹੀ ਹੈ ਗਰਾਊਂਡ ਵਾਟਰ ਦੀ। and the state has received 493 mm, ਥੋੜਾ ਜਿਹਾ ਧਿਆਨ ਰੱਖਿਓ ਵੀ 500 mm ਦੇ ਨੇੜੇ ਤੇੜੇ ਕਿੱਥੇ ਬਾਰਿਸ਼ ਪਈ ਹੈ। ਸਭ ਤੋਂ ਜ਼ਿਆਦਾ ਕਿੱਥੇ ਪਈ ਹੈ? ਸਭ ਤੋਂ ਜ਼ਿਆਦਾ ਪਈ ਹੈ ਜੀ 1273 1273 mm in ਗੁਰਦਾਸਪੁਰ, ਐਂਡ ਘੱਟ ਕਿੱਥੇ ਪਈ ਹੈ ਜੀ? ਫਿਰੋਜ਼ਪੁਰ। ਅਤੇ ਫਿਰੋਜ਼ਪੁਰ ਜ਼ਿਆਦਾਤਰ ਸੁੱਕਾ ਰਹਿ ਗਿਆ ਅਤੇ ਗੁਰਦਾਸਪੁਰ ਜ਼ਿਆਦਾ ਬਾਰਿਸ਼ ਹੁੰਦੀ ਹੈ। ਵੀ ਸ਼ੁੱਡ ਪ੍ਰੋਬੇਬਲੀ ਹੈਵ ਐਨ ਆਈਡੀਆ ਅਬਾਊਟ ਦਿਸ। ਇਹ ਜੋਗ੍ਰਾਫੀ ਸੈਕਸ਼ਨ 'ਚ ਵੀ ਕੰਮ ਆ ਜਾਣਾ। ਸਰਵੇ ਦਾ ਆਹੀ ਬੈਨੀਫਿਟ ਹੈ ਕਿ ਬਈ ਸਿਰਫ ਇਕੋਨਮੀ ਨਹੀਂ, ਓਵਰਆਲ ਪਿਕਚਰ ਦੇ ਦਿੰਦਾ। 4 5 6 ਸਵਾਲ ਆ ਜਾਂਦੇ ਇਹਦੇ 'ਚ ਈਜ਼ਲੀ, ਕਈ ਵਾਰੀ 15 20 ਵੀ ਆ ਜਾਂਦੇ ਨੇ। ਤਾਂ ਨੈਵਰ ਇਗਨੋਰ ਦਿਸ, ਪਲੀਜ਼ ਫੋਕਸ, ਰਾਈਟ? ਗੋਇੰਗ ਫਰਦਰ ਜੀ, ਇਨਪੁਟਸ
देयर आर कंसर्न्स दैट पंजाब इज़ प्लेग्ड बाय फर्टिलाइजर ओवरयूज़। कद दा हो रहा फर्टिलाइजर ओवरयूज़? हरित क्रांति दा, ग्रीन रेवोल्यूशन के टाइम का फर्टिलाइजर ओवरयूज़ हो रहा है। तो रिलेटिड कंसर्न की है? इम्बैलेंस यूज़ ऑफ फर्टिलाइजर्स। ये बड़ा क्लासिकल जहा सवाल है यार कि नाइट्रोजन एंड फॉस्फोरस एंड पोटाशियम NPK का फर्टिलाइजर रेशियो की होना चाहिए 4:1। ये बड़ा क्लासिकल जहा सवाल है, आप गलत ना करिए, इस करके नोट कर लियो। बट आप की यूज़ कर रहे हैं एट ऑल इंडिया लेवल द रेशियो इज़ 6.1:2:4.1, सॉरी 6.1:2.4:1। सो इम्बैलेंस्ड रेशियो है पंजाब च होर ज़्यादा है जी। आ देखो 28.8:6.9:1। सो NPK की रेशियो होनी की चाहिए है की है? देखो की फर्क है रेशियो। CSAT वाले प्लीज़ कैलकुलेट करो भी केड़ी ज़्यादा केड़ी घट है। डेफिनेटली ये ज़्यादा यार, नाइट्रोजन वाला यूरिया आप बहुत ज़्यादा यूज़ कर रहे थे। सो दैट क्रिएट्स अ प्रॉब्लम फॉर व्हाट? दैट क्रिएट्स अ प्रॉब्लम फॉर सॉयल फर्टिलिटी, दैट ओवर यूजेज दी सॉयल और लेट्स से मिस यूजेज दी सॉयल हेल्थ। एंड जे सॉयल दी हेल्थ खराब होगी तो नाल दे नाल सारे पंजाब दी, किसान दी, सारिਆਂ दी भी नो किसान तो डिपेंडेंट है ਆਪਾਂ, बिकॉज आप पढ़िया एग्रीकल्चर इज़ अ ग्रेट कॉन्ट्रीब्यूटर to the industries, to the service sector as well, and in itself it's a great contributor, so we should be wary of it. And pesticides use भी ते fertilizer use भी वध सीगा, but हुन moderate कर गया, has moderated. So it is a good thing that a correction seems to be underway. There is a correction which is underway, so it is good for the state, right? So going further, the pesticide use has similarly moderated, and usage of pesticides which peaked in 2001 at 6970 metric tons in 2018-19 has declined. So this is a good thing that pesticide usage is also declining. Then forest cover yaar, forest cover as I mentioned in the last video itself about 5% hai, and ये भी roughly है, because this refers to all land legally demarcated as forest. फाइलों च 5% फॉरेस्ट है, सिर्फ फाइलों च। असली च जे सैटेलाइट की इमेज खिंची है तो 3.67% ही फॉरेस्ट है पंजाब च। क्यों इदा जी, क्यों घट फॉरेस्ट? बिकॉज देयर इज़ लॉट्स ऑफ क्रॉपिंग लैंड, फॉरेस्ट क्लीयर करके आप फार्म बना लिया। बट फार्म च या तुसी इन्वायरमेंट पढ़िया होना, कहन इन्वायरमेंट की चंगी गल है कि बई फार्म च मोनोकल्चर हुंदा है, जीरी लाती, कणक लाती या कोई वैजीटेबल लाती, बट ਉਹਦੇ ਨਾਲ ਕੀ ਹੁੰਦਾ, बायोडाइवर्सिटी ਦੇ ਵੱਟ ਕੱਢੇ ਜਾਂਦੇ ਨੇ। So what happens, the forest as a ecosystem is much more stable than the crop ecosystem because that is monoculture. So ਉਹਦੀ प्रॉब्लम है कि भी फॉरेस्ट लैंड बहुत घट है, बट क्योंकि आप ब्रैड बास्केट है तो सानू क्रॉपिंग करनी पैनी है, राइट? This is Punjab has the second lowest forest cover across the country, right? So going further जी, Punjab power ਦਾ sector देखिए जी, it provides free and unmetered power to farmers. Free power मिल रही है ते that large part of total energy goes towards agricultural purposes, and easy access to power has done one bad thing. What is that? It has over exploited groundwater. मोटर ते जाके आपां भी खेडदे होने, तुसी भी खेडे होने, सो आपां जाके इंजॉय करते हैं, बट क्योंकि फ्री बिजली आ रही है तो एक तरह इंसेंटिवाइज हो जाता कि बई ज़्यादा पानी कड्डो, ज़्यादा मोटर ते पानी, ट्यूबवैल ते पानी कड्डदे आपां जद ते थल्ले एक तो प्रोडक्टिविटी तो हाई हो रही है, वधिया गल, बट थल्ले ग्राउंड वाटर लैवल घटदा जा रहा है, तो पानी घट गया तो आपां खेती किद्दां करांगे? तो दिस इज़ अ कंसर्न। सो ਇਹਦਾ यार स्कीम की कड्डी है, पानी बचाओ पैसा कमाओ स्कीम। गवर्नमेंट इज़ अवेयर कि बई पानी बचाना पैना, तो आ स्कीम है। स्कीमां दे क्वेश्चन बहुत आ रहे हैं, मैं इंट्रोडक्टरी माइक्रो एनालिसिस से दस्या तुहानू, मैं दोबारा कह रहा जे माइक्रो एनालिसिस वाली वीडियो नहीं देखी पहली सर्वे की, प्लीज़ जाके देखियो पहला, ये स्टॉप कर दो, राइट? सो पैसा, पानी बचाओ पैसा कमाओ, इट इज़ डायरैक्ट बेनिफिट ट्रांसफर। पहली गल ऑप्शन आ जाते, कंसिडर द फॉलोइंग, सानू पता होना चाहिए। हले पायलट बेसिस ते, पायलट मतलब टैंपरेरी बेसिस, ट्रायल बेसिस ते
6 ਐਗਰੀਕਲਚਰਲ ਫੀਡਰ ਜ਼ੋਨਸ ਚ ਏਰੀਆਸ ਚ ਕੀਤਾ ਐਂਡ what is the provisions in the scheme that the participant farmer gets a fixed allocation of electricity consumption कि suppose ਤੁਸੀਂ 1000 ਵਾਟ ਕੰਜ਼ਿਊਮ ਕਰਨੇ ਨੇ 10000 ਵਾਟ ਕੰਜ਼ਿਊਮ ਕਰਨੇ ਨੇ ਤੇ ਉਹਦੇ ਤੋਂ ਤੁਸੀਂ ਘੱਟ ਕਰ ਦਿਓ ਜੇ if the farmer consumes less than the fixed allocation ਜਿੰਨਾ ਐਲੋਕੇਟ ਸੀਗਾ ਉਹ ਤੋਂ ਬਚਾ ਲਿਆ ਤੇ ਉਹਨੂੰ 4 ਰੁਪੀਜ਼ ਪਰ ਕਿਲੋਵਾਟ ਆਰ ਨਾਟ ਕੰਜ਼ਿਊਮ ਦਾ ਪੈਸਾ ਮਿਲਦਾ। ਸਪੋਜ਼ ਮੈਂ 100 ਵਾਟ ਕੰਜ਼ਿਊਮ ਕਰਨਾ ਸੀਗਾ 100 ਕਿਲੋਵਾਟ ਆਰ ਮੈਂ 50 ਕੀਤਾ ਤਾਂ ਬਾਕੀ ਬਚੇ ਹੋਏ 50 ਦਾ ਮੈਨੂੰ ਰੁਪੀਜ਼ 4 ਪਰ ਕਿਲੋਵਾਟ ਆਰ ਦੇ ਹਿਸਾਬ ਨਾਲ ਪੈਸਾ ਮਿਲਣਾ ਹੈ। ਦੇਖੋ ਪੁੱਠਾ ਇਨਸੈਂਟੀਵਾਈਜ਼ ਕਰਨ ਲਈ ਕਿੰਨੀ ਵਧੀਆ ਸਕੀਮ ਚਲਾਈ ਹੈ ਕਿ ਪੈਸਾ ਤੁਹਾਨੂੰ ਵਾਪਸ ਮਿਲੂਗਾ ਬਿਜਲੀ ਨਾ ਯੂਜ਼ ਕਰਨ ਦਾ, ਰਾਈਟ। ਸੋ ਗੋਇੰਗ ਫਰਦਰ ਜੀ, ਕ੍ਰੈਡਿਟ ਦਾ ਕੀ ਹਾਲ ਹੈ? ਅਕੋਰਡਿੰਗ ਟੂ ਸਿਚੁਏਸ਼ਨ ਆਫ ਐਗਰੀਕਲਚਰਲ ਹਾਊਸਹੋਲਡਸ ਇਨ ਨੈਸ਼ਨਲ ਸੈਂਪਲ ਸਰਵੇ ਆਫ 2012-13 53.2 agricultural households have a loan, slightly higher than all India estimate of 51.9. So agricultural households ਦੇ 52% 53% ਤੇ loan ਹੈ, national average 51.9% ਹੈ। that is not a grave concern because ਕਮਾਈ ਵਧੀ ਹੈ, but concern ਕੀ ਹੈ ਜੀ, majority of the loans are crop loans, sowing ਦੇ ਲਈ loans ਲੈਂਦੇ ਨੇ, seeds ਲੈਣ ਦੀ loan ਲੈਂਦੇ ਨੇ, but term loans ਘੱਟ ਹੈ 27%. This is why problematic, because this shows term loans are taken for investment. So lower term loans shows that the investment in agriculture is considerably lower. This is a concern, right? So next is about irrigation. I said Punjab is a well irrigated state and the sources of irrigation are, this is something to note that at the India level the sources are majorly diversified, but in Punjab ਕਿਹੜਾ source ਹੈ irrigation ਦਾ ਸਾਨੂੰ ਪਤਾ ਹੈ, ਟਿਊਬਵੈਲ ਆਪਣੀ ਵਾਲੀ ਮੋਟਰ, tubewells ਹੀ major, most of the sources of irrigation are through tubewell only, right? And this has caused depletion of underground water table ਦੀ depletion ਹੋ ਰਹੀ ਹੈ, ਘਟਦਾ ਜਾ ਰਿਹਾ ground water। ਤੇ ਇਹਦੇ ਲਈ ਸਰਕਾਰ ਕੀ ਕਰ ਰਹੀ ਹੈ? ਮਿਨਿਸਟਰੀ ਆਫ ਜਲ ਸ਼ਕਤੀ ਕਹਿੰਦੀ ਵੀ ਤੁਸੀਂ ਆਪਣਾ 95% ਵਾਟਰ ਐਕਸਟਰੈਕਟ ਕਰ ਲਿਆ ਐਂਡ ਐਕਸਟਰੈਕਸ਼ਨ ਇਜ਼ ਮੋਰ ਦੈਨ 100% ਇਨ ਪੰਜਾਬ। ਹੁਣ ਮੋਰ ਦੈਨ 100% ਕੀ ਹੋ ਸਕਦੀ ਹੈ, ਕਿੱਦਾਂ ਹੋ ਸਕਦੀ ਹੈ? ਦਿਸ ਮੀਨਸ ਦੈਟ ਜਿੰਨਾ ਗਰਾਊਂਡ ਵਾਟਰ ਰੀਚਾਰਜ ਹੋ ਸਕਦਾ ਹੈ, ਐਕਸਟਰੈਕਟੇਬਲ ਹੇਅਰ ਮੀਨਸ ਦੈਟ ਕਿੰਨਾ ਕੱਢਿਆ ਜਾ ਸਕਦਾ ਉਹਨਾਂ ਰਿਪਲੈਨਿਸ਼ ਹੋ ਸਕਦਾ ਇੱਕ ਸਾਲ 'ਚ, ਉਸ ਤੋਂ ਜ਼ਿਆਦਾ ਕੱਢ ਦਿਓ। ਲੈਟਸ ਸੇ 10 ਲੀਟਰ ਤੁਸੀਂ ਯੂਜ਼ ਕਰਕੇ ਰਿਪਲੈਨਿਸ਼ ਕਰ ਸਕਦੇ ਹੋ ਇੱਕ ਸਾਲ 'ਚ, ਤਾਂ ਤੁਸੀਂ 10 ਤੋਂ ਜ਼ਿਆਦਾ ਯੂਜ਼ ਕਰੀ ਜਾ ਰਹੇ ਹੋ ਤਾਂ ਹੀ ਘਟੀ ਜਾ ਰਿਹਾ ਗਰਾਊਂਡ ਵਾਟਰ। ਸੋ ਦਿਸ ਇਜ਼ ਅ ਕੰਸਰਨ। ਸੋ ਵਟ ਇਜ਼ ਦ ਗਵਰਨਮੈਂਟ ਡੂਇੰਗ? these solutions यार these come as options, so please ਇਹਨਾਂ ਨੂੰ please highlight ਕਰ ਲਿਓ, ਲਿਖ ਲਿਓ, ਜੋ ਮਰਜ਼ੀ ਕਰ ਲਿਓ ਕਿ ਬਈ solution ਕੀ ਹੈ ਆ ਸਕਦਾ। which of the following is a solution? So one is micro irrigation. What is it? Micro irrigation means one drop of water is also essential. ਜਿੰਨਾ ਛੋਟੇ ਲੈਵਲ ਤੇ ਜਿੱਥੇ ਜਿੱਥੇ ਪਾਣੀ ਚਾਹੀਦਾ ਉੱਥੇ ਉੱਥੇ ਡਾਲੋ, ਇੱਦਾਂ ਬੁਛਾਰਾਂ ਨਹੀਂ ਛੱਡਣੀਆਂ ਪਾਣੀ ਦੀਆਂ, ਰਾਈਟ। ਦੈਨ ਸਪ੍ਰਿੰਕਲਰ ਐਂਡ ਡ੍ਰਿਪ ਇਰੀਗੇਸ਼ਨ, ਇਹ ਆਪਾਂ ਕਿਹੜੀ ਕੰਟਰੀ ਤੋਂ ਸਿੱਖ ਰਹੇ ਨੇ ਯਾਰ ਬੈਟਰ ਵਾਟਰ ਯੂਜ਼? ਇਫ ਯੂ ਕੈਨ ਕਮੈਂਟ, ਆਈ ਵੁੱਡ ਬੀ ਵੈਰੀ ਹੈਪੀ ਟੂ ਗੈਟ ਦਿਸ ਰਾਈਟ ਆਨਸਰ। ਕਿਹੜੀ ਕੰਟਰੀ ਤੋਂ ਆਪਾਂ ਡ੍ਰਿਪ ਇਰੀਗੇਸ਼ਨ ਤੇ ਲੈਟਸ ਸੇ ਬੈਟਰ ਯੂਜ਼ੇਜ ਆਫ ਵਾਟਰ ਸਿੱਖ ਰਹੇ ਨੇ ਮੇਜਰਲੀ? ਆਪਣੀ ਕੋਲੈਬੋਰੇਸ਼ਨਸ ਨੇ ਕਿਹੜੀ ਕੰਟਰੀ ਨਾਲ? ਸੋ ਆਲ ਦੀਜ਼ ਮਾਈਕਰੋ ਇਰੀਗੇਸ਼ਨ, ਸਪ੍ਰਿੰਕਲਰ ਐਂਡ ਡ੍ਰਿਪ ਇਰੀਗੇਸ਼ਨ ਆਰ actually the solutions for depletion of groundwater, right? So going further ji, this act was very much in news, subsoil management act। ਜੇਕਰ ਐਗਰੀਕਲਚਰ ਦਾ ਕੰਮ ਹੈ, ਖੇਤੀਬਾੜੀ ਹੈਗੀ ਹੈ ਤਾਂ ਤੁਹਾਨੂੰ ਪਤਾ ਹੋਣਾ ਕੀ ਐਕਟ ਹੈ ਇਹ, ਰਾਈਟ। ਸੋ ਇਹਦੇ ਬਾਰੇ ਜੇ ਗੱਲ ਕਰੀਏ ਤੇ ਇਹ ਕਹਿੰਦਾ ਹੈ ਜੀ ਇਫ ਸੋਇੰਗ ਇਜ਼ ਡਨ, ਕੀ ਕਹਿੰਦੀ ਐਕਟ? 4500 ਲੀਟਰ ਆਫ ਵਾਟਰ ਚਾਹੀਦਾ ਕਿਹਦੇ ਲਈ? 1 ਕਿਲੋ ਰਾਈਸ ਜਾਂ ਜੀਰੀ ਲਈ ਜੇ ਆਪਾਂ ਸੋ ਕਰੀਏ April May 'ਚ, ਬਟ ਆਹੀ ਜੇ ਸੋਇੰਗ, ਆਹੀ ਜੇ ਬੋਣਾ ਆਪਾਂ ਜੂਨ 'ਚ ਕਰੀਏ ਤਾਂ 2000 ਲੀਟਰ 1500 ਲੀਟਰ ਤੇ ਸਰ ਜਾਂਦਾ ਕੰਮ। ਸੋ ਬੇਸਿਕ ਆਈਡੀਆ, ਜੇ ਆਪਾਂ April May 'ਚ ਸੋ ਕਰਦੇ ਹਾਂ, ਬੋਨੇ ਹਾਂ, ਤਾਂ ਫਿਰ ਜ਼ਿਆਦਾ ਪਾਣੀ ਲੱਗਦਾ, ਜੂਨ 'ਚ ਘੱਟ। ਇੱਦਾਂ ਕਿਉਂ ਆ ਬਾਈ? ਕਿਉਂਕਿ April May 'ਚ ਇਵੈਪੋਰੇਸ਼ਨ ਜ਼ਿਆਦਾ ਅਤੇ ਬਾਰਿਸ਼ ਘੱਟ ਹੈ। ਜੂਨ ਵਾਲੇ ਸੀਜ਼ਨ 'ਚ ਜੂਨਾਂ ਕਿਉਂ ਕੱਢਣੀ ਹੈ? ਬਿਕੋਜ਼ ਜੂਨ 'ਚ ਬਾਰਿਸ਼ ਹੈਗੀ ਆ ਤਾਂ ਇਵੈਪੋਰੇਸ਼ਨ ਘੱਟ ਹੈ। ਬਿਕੋਜ਼ ਹੁਣ ਤੁਸੀਂ ਫੀਲ ਕਰ ਸਕਦੇ ਜੂਨ ਜੁਲਾਈ 'ਚ ਹਿਊਮਿਡ ਵੈਦਰ ਹੈ, ਇਵੈਪੋਰੇਸ਼ਨ ਘੱਟ ਹੈ, ਰਾਈਟ। ਸੋ
वाटर रिक्वायरमेंट इज़ हाई इन अप्रैल में, वाई बिकॉज आई सेड इवेपोरेशन रेट इज़ हाई। सो ये एक्ट की कर रही है, आही लॉजिक ने यूज़ करके सब सॉइल मैनेजमेंट ऑर्डिनेंस जो हुण एक्ट है was issued in April 2008, ordinance issue हुई हुण एक्ट है, right? It prohibited farmers from sowing paddy seeds in nurseries before May 10। ये डेट याद रखियो कि पैडी सीड्स तुसी May 10 तो पहला नहीं सो कर सकते एंड ट्रांसप्लांटिंग बिफोर June 10। सो इसका फायदा की होएगा, जद आपां जून वाले वैदर च जाके जीरी लावांगे तो स्टेट का पानी बचूगा, साडा खर्चा बचूगा ते ग्राउंड वाटर का रिचार्ज रिप्लेनिश बैटर हो जाएगा। फार्म मैकेनाइजेशन की अगेन गल करिए, सो वी आर एक्चुअली फेसिंग अ प्रॉब्लम ऑफ स्टबल बर्निंग और क्रॉप रेजिड्यू मैनेजमेंट। ये लिए यार एक बहुत जरूरी चीज़ आई सी, तुसी पढ़िया होना SMS। ये की सीगा यार? इफ एनीबडी नोज प्लीज टेल मी इन द कॉमेंट्स, इफ यू डोंट नो प्लीज आस्क मी द क्वेश्चन, आई विल टेल यू द आंसर, but please keep contributing, right? So paddy straw management is a major challenge, as I said, and this has to be managed. The state has been doing certain efforts which has reduced the burning by 62% in 2017 and 40% in 2018। तो आपां स्टेट वाले सरकार वाले सूबा सरकार ने बहुत जोर लाया तो ਉਹਦੇ ਨਾਲ रिजल्ट आया भी है। एंड ड्यूरिंग 2018 एंड 19 ये सेंट्रल गवर्नमेंट की भी एक स्कीम आई है, प्रमोशन ऑफ एग्रीकल्चर मैकेनाइजेशन फॉर मैनेजमेंट ऑफ क्रॉप रेजिड्यू। ये UPSC लिए भी जरूरी हो जाती है यार, प्लीज़ जो UPSC एस्पिरेंट्स है वो भी नोट कर दे लियो। सेंट्रल गवर्नमेंट की केड़ी स्कीम है? प्रमोशन ऑफ एग्रीकल्चरल मैकेनाइजेशन फॉर मैनेजमेंट ऑफ क्रॉप रेजिड्यू। ये एग्रीकल्चरल इक्विपमेंट वंड रहे हैं इंडिविजुअल फार्मर ਨੂੰ ਵੀ ਤੇ ਪ੍ਰਾਇਮਰੀ ਐਗਰੀਕਲਚਰਲ ਸੁਸਾਇਟੀਜ਼ ਨੂੰ, ਕੋਆਪਰੇਟਿਵ ਸੁਸਾਇਟੀਜ਼ ਨੂੰ ਤੇ ਫਾਰਮਰ ਗਰੁੱਪਸ ਨੂੰ। ਇਹ ਸਬਸਿਡਾਈਜ਼ਡ ਵਿੱਚ ਐਗਰੀਕਲਚਰਲ ਇਕਵਿਪਮੈਂਟ ਵੰਡ ਰਹੇ ਨੇ ਫॉर मैनेजमेंट, बेटर मैनेजमेंट ऑफ क्रॉप रेजिड्यू। सो प्लीज़ ये ध्यान रखियो। गोइंग फर्दर जी, इंस्टीट्यूशनस एंड इंफ्रास्ट्रक्चर दी मार्केट एक्सेस किन्नी मंडियां? ये कहता जी वधिया मंडियां 424 मंडियां पंजाब च एग्रीकल्चरल मार्केट्स हैगियां ने, एंड दैट इज़ गुड इनफ। एंड जिहड़ा एक कमेटी ने रिकमेंड किया सी नैशनल लैवल ते कि बई कॉन्ट्रैक्ट फार्मिंग लई एक्ट होनी चाहिए है, पंजाब च पहला ही हैगी। 2013 दी पंजाब दी कॉन्ट्रैक्ट फार्मिंग एक्ट हैगी। इफ यू कैन टेल मी, प्लीज़ टेल मी दैट व्हाट इज़ द डिफरेंस बिटवीन लीज फार्मिंग एंड कॉन्ट्रैक्ट फार्मिंग। इकनॉमिक्स के कंसैप्ट च, इकनॉमिक्स की क्लासिस च या जिद्दां भी तुसी पढ़िया, तुहानूं तुसी पढ़िया होना, ये बहुत जरूरी है, राइट? सो प्लीज़ टेल मी इफ यू डोंट नो, आई विल टेल यू, राइट? गोइंग फर्दर जी, वट इज़ प्रोक्योरमेंट किद्दां हो रही है जी? वैल फंक्शनिंग प्रोक्योरमेंट सिस्टम। 90% प्रोक्योरमेंट हो जाती है किदी? पैडी क्रॉप दी। एंड वीट दी जी 66.4। ये तुहानूं पता होना भी जीरी ते वीट दी बहुत वधिया MSP दे राही प्रोक्योरमेंट हुंदी है साडी स्टेट च, राइट? एंड E-NAM की है जी? E-NAM, दिस इज़ इन न्यूज़, अ लॉट इन न्यूज़। E-NAM, वाई दिस हैज़ बीन इन न्यूज़? बिकॉज दिस इज़ अ सलूशन टू प्रॉब्लम्स इन द मंडी बोर्ड्स। ये E-NAM है इलैक्ट्रॉनिक नैशनल एग्रीकल्चरल मार्केट, जिथे तुसी नैशनल लैवल ते बेच सकते हो अपना प्रोड्यूस, मंडी अपने डिस्ट्रिक्ट नहीं सारे हिंदुस्तान च बेच सकते हो। ये प्रॉब्लम जेडे फेस करते हैं कि बई आलू मेरे वाले डिस्ट्रिक्ट ₹1 किलो विक रहे, नाल वाले तो ₹6 विक रहे, मैं उधर नहीं बेच सकता। हुण नाउ यू कैन डू दिस यूजिंग दिस E-NAM। एंड E-NAM वैबसाइट के हिसाब नाल 19 मंडियां, 19 मंडीज इन पंजाब आर ऑलरेडी लिंक्ड टू द पोर्टल ऑफ E-NAM, राइट? And sale of 7 commodities allowed on the platform. These are basmati, maize, potato, kinnu, cotton, peas and मूंग। ध्यान रख लियो भाई, मोटा मोटा जा भी कुछ आ जाए ऑप्शन से तो, राइट? एग्रीकल्चरल हाउस होल्ड प्रोफाइल यार पंजाब च स्मॉलर शेयर ऑफ स्मॉल एंड मार्जिनल फार्मर है कंपैरेटिव टू नेशनल एवरेजेस। वी हैव लार्जर लैंड होल्डिंग्स एज कंपेयर टू अदर स्टेट्स। ज़्यादा स्टेटां च स्मॉल एंड मार्जिनल फार्मर 69% है, पंजाब च किन्ना है? मेयरली 14%। स्मॉल एंड मार्जिनल का डेफिनेशन की है, प्लीज़ ध्यान दे लियो। लेस दैन 1 हेक्टेयर आर मार्जिनल फार्मर्स।
एंड लार्ज फार्मर्स किन्ने जी, ग्रेटर दैन 10 हेक्टेयर। पंजाब च किन्ने परसेंट, 5%। राइट, ऑल इंडिया च किन्ने परसेंट लार्जर दैन 10 हेक्टेयर, 1%। सो कंसिडरेबली वेल्दियर एग्रीकल्चर सैक्टर दैट आई हैव बीन सेइंग ऑल अलोंग। राइट, इंडेटेडनेस का की हाल है जी, पंजाब च हायर इनकम है, लो इंडेटेडनेस है। नाबार्ड ऑल इंडिया रूरल फाइनैंशियल सर्वे कह रहा है कि वेरीएशन की है एवरेज मंथली इनकम च एग्रीकल्चरल हाउस होल्ड्स की। पंजाब दा हाईएस्ट एवरेज मंथली इनकम है, आपां कल भी गल कीती सी, 23,133 रुपये। फॉलोड बाय नैक्सट इज़ हरियाणा। क्रनोलॉजी प्लीज़ देख लियो फिर तो। पंजाब दी बहुत ज़्यादा है, फिर उसके बाद काफ़ी डिस्टेंट सैकेंड इज़ हरियाणा, थर्ड इज़ केरला। सो मैक्सिमम लेवल्स कितने हैं, पंजाब च। राइट, गोइंग फर्दर जी, रूरल डेवलपमेंट जी दी गल करिए, 2011 सेंसस 62.52% ऑफ पंजाब रिजाइडेड इन रूरल एरियाज। अबाउट 62%, 62%, 62.52% पिंडां च रहिंदे ने। एट नैशनल लैवल किन्ना जी, 69%। सो नेशन दे नाल कंपेयर करिए तो पंजाब देखो, लुक एट द स्टार्टलिंग फैक्ट, दिस अपीयर्स प्रोबेबली दैट पंजाब मेजरली लिव्स इन विलेजेस। पिंडां च रहने हैं सारे, कुछ भी देखो सारी जगह पिंडां दी गल हो रही है। बट देखो मेजोरिटी पॉपूलेशन पंजाब दी पिंड च है, बट नैशनल लैवल तो घट है जी। प्लीज़ ध्यान रख लियो, क्वेश्चन च कन्फ्यूज ना कर दें। प्लीज़ बी वेरी ऑफ दिस फैक्ट। Then employment, share of agriculture and rural employment has declined from 52.37% to 40 in 2017 and 18, to 40 in 2017 and 18.23 here. Right. So going further, there has been corresponding increase in share of services sector. ये आपां कल डिटेल च गल कीती सी भी एग्रीकल्चर सैक्टर का कितना शेयर है ते सर्विस सैक्टर का कितना शेयर है, कॉन्ट्रीब्यूशन ते डिपेंडेंस। If you remember that, please comment. Right, going further जी, rural poverty, the percentage of rural population below poverty line is 7.66%. गरीबी घट है, आपां कल भी गल कीती सी, दा डिटेल फैक्ट की है, BPL कितना 7.66% ते नैशनल एवरेज कितनी है 25%। देखो कितना फर्क है। सो कंपैरेटिवली अगैन वेल्दियर स्टेट। सो बेसिक सर्विसेज की जो गल की करिए यार, सवेयर शॉर्टेज ऑफ ड्रिंकिंग वाटर, एज मैनी एज 6 डिस्ट्रिक्ट्स रिपोर्ट 100% ऑफ इनहैबिटेड विलेजेस टू बी वाटर स्कैर्स। पानी घट रहा है, की प्रॉब्लम है, एक्यूट प्रॉब्लम ऑफ वाटर स्कैरसिटी क्यों है, एक्सप्लॉयटेशन ऑफ ग्राउंड वाटर क्यों हो रहा है। पिछली स्लाइड च आपां गल कीती कि भाई बिजली दी फ्री प्रोविजन फार्मर्स से हैगी ते ओहदे ते ग्राउंड वाटर का यूजेज ज़्यादा क्यों हो रहा प्रोडक्टिविटी लई, बट हुण लैवल घटदा जा रहा वाटर टेबल का। सो इट्स अ कॉज ऑफ कंसर्न। एंड देर आर प्रेजेंस ऑफ हैवी मैटल टॉक्सिक एलिमेंट्स लाइक सेलेनियम, आर्सैनिक। यार एक चीज़ दस्यो मैनू, साइंस च आ जाता सवाल, जे आर्सैनिक तुसी कंज्यूम कर लेंगे तो किहड़ी बीमारी होंदी है, जे कैडमियम कंज्यूम कर लेने तो किहड़ी बीमारी होंदी है, जे मरकरी कंज्यूम कर लेने तो किहड़ी होंदी है। दीज 3 प्लीज़ टेल मी, आर्सैनिक, मरकरी, कैडमियम। लास्ट ईयर आया सीगा कैडमियम, किहड़ी सीगी प्लीज़ टेल मी, इफ यू डोंट नो डाउट्स। राइट, सो गोइंग फर्दर जी, नाउ द इम्पॉर्टेंट पार्ट फॉर ऑल ऑफ अस, क्वेश्चंस। So what does cropping intensity? First question, cropping intensity indicates which among the following? Yield per hectare, gross cropped area, number of times the cultivated area was sown during the year, the success of fertilizers used. Right, so which is the answer, please tell me. So moving on to the next question. The Postgraduate Institute of Horticulture Research and Education will be set up where? Amritsar, Gurdaspur, SAS Nagar or Patiala. So please tell me in the comments. I am sitting with you. तुसी आंसर करो, मैं वीडियो दे एंड च या नाल दे नाल थोनू आंसर दसदा जाऊँगा। राइट, कल भी यही फॉलो किया आपां, सेम रूल सेम शेड्यूल। सो नेक्स्ट जी, थर्ड क्वेश्चन, रीसरकुलेटरी एक्वाकल्चर सिस्टम। मैनू ऑप्शनस भी नहीं दसनियाँ चाहिए, हुणे कराया है। जे तुसी ध्यान दिता तो इज इट कल्टिवेटिंग एल्गे, इज इट बायोमास प्रोसैसिंग, इज इट इंडोर फिश रेयरिंग
or is it reusing wastewater for irrigation? Please tell me the right answer. Next, the ideal ratio for use of NPK, nitrogen, phosphorus and potassium. Without options, please das do. Is it 2:4:1, 1:4:2, 2:3:1 or 4:1? So the last question for today is, which among the following is correct regarding the preservation of Subsoil Management Ordinance or Act 2008? Which one is correct? It makes drip irrigation compulsory. Next, it provides for additional MSP for incentivizing water conservation. Next, it prohibits farmers from sowing wheat seeds in nurseries before May 10. Next, it prohibits farmers from sowing paddy seeds in nurseries before May 10. So please give me the answer for these 5 questions. I am sitting with you. I'll give you the answers accordingly and with the video. So thank you so much for following this video. Please keep on chronologically and in a disciplined way, keep on following these videos. These will benefit you not only in PCS but also in UPSC, not only in economy but majority of the components, also in the feared current affairs, right? So thank you so much. This is Anmol Mehta signing off. See you next time.